ਵਾਹਿਗੁਰੂ ਜੀ। ਮਹੱਲਾ ਪਹਿਲਾ। ਭੰਡ ਜੰਮੀਐ ਭੰਡ ਨਿੰਮੀਐ, ਭੰਡ ਮੰਗਣ ਵਿਆਹੋ। ਭੰਡਹੁ ਹੋਵੈ ਦੋਸਤੀ, ਭੰਡਹੁ ਚੱਲੈ ਰਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਗਰੀਬ ਨਵਾਜ ਸ਼ਹਿਨशाह ਹਜ਼ੂਰ ਦਾਤਾਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਹਿਮਤ ਦੇ ਸਦਕਾ ਪਾਤਸ਼ਾਹ ਦੀ ਪਾਵਨ ਗੋਦ ਅੰਦਰ ਸੱਜ ਬੈਠੇ ਗੁਰੂ ਸਵਾਰੇ ਖਾਲਸਾ ਜੀ। ਆਓ ਪਿਛਲੇ ਦੀਵਾਨਾਂ ਅੰਦਰ ਜੋ ਆਸਾ ਕੀ ਵਾਰ ਦੇ ਪਾਵਨ 18 ਸ਼ਲੋਕ ਸਰਵਣ ਕਰਨ ਉਪਰੰਤ 19ਵੇਂ ਪਾਵਨ ਸ਼ਲੋਕ ਦੇ ਪਹਿਲੇ ਪੜਾਅ ਦੇ ਵਿੱਚ ਜੋ ਸਾਹਿਬ ਜੀ ਨੇ ਆਸੀਸਾਂ ਬਖਸ਼ਿਸ਼ ਕੀਤੀਆਂ ਆਪਾਂ ਸਰਵਣ ਕੀਤੀਆਂ ਨੇ। 19ਵੇਂ ਪਾਵਨ ਸ਼ਲੋਕ ਦਾ ਦੂਸਰਾ ਪੜਾਅ ਮਹੱਲਾ ਪਹਿਲਾ ਭਾਵ ਕਿ ਦੂਸਰਾ ਪਾਵਨ ਸ਼ਲੋਕ ਹੈ। ਅੱਜ ਸਾਹਿਬ ਜੋ ਆਸੀਸਾਂ ਦਿੰਦੇ ਨੇ, ਆਓ ਅਰਦਾਸ ਕਰੋ ਮਾਲਕ ਜੀ ਇਕਾਗਰਤਾ ਦੀ ਦਾਤ ਬਖਸ਼ਿਓ, ਭਾਵਨਾ ਦੇ ਨਾਲ ਕਹਿਣ ਸੁਣਨ ਦੀ ਸੋਝੀ ਸਮਰੱਥਾ ਦਿਓ। ਜਿਤਨੇ ਜੁੜ ਬੈਠੇ ਹੋ ਪਿਆਰ ਸਹਿਤ ਉਚਾਰਨ ਕਰਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਮਹੱਲਾ ਪਹਿਲਾ। ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਸੇ ਪਾਵਨ 19ਵੇਂ ਸ਼ਲੋਕ ਦੇ ਵਿੱਚ ਜਿਸ ਤਰ੍ਹਾਂ ਪਿੱਛੇ ਇੱਕ ਪੰਡਤ ਦੇ ਨਾਲ ਵਿਚਾਰ ਚੱਲਦੀ ਹੈ, ਉਹਨੂੰ ਵੀ ਮੇਰੇ ਹਜ਼ੂਰ ਦਾ ਤਾਰ ਪਾਤਸ਼ਾਹ ਇਹ ਸਮਝਾਉਂਦੇ ਕਿ ਪਹਿਲਾਂ ਸੁੱਚਾ ਆਪ ਹੋਏ, ਸੁੱਚਾ ਬੈਠਾ ਆਏ, ਸੁੱਚੇ ਅੱਗੇ ਰੱਖੇ ਹੋਣ, ਕੋਏ ਨਾ ਪਿਟਿਓ ਜਾਏ। ਕਿ ਤੂੰ ਇਹ ਸਾਰਾ ਕੁਝ ਸੁਚਮਤਾ ਵਾਲਾ ਅਡੰਬਰ ਪਾਖੰਡ ਜਿਹੜਾ ਇਹ ਕਰਦਾ ਹੈ, ਬਹੁਤ ਕੁਛ ਜਿਹੜਾ ਹੈ ਉਹ ਤੂੰ ਸਾਜ ਕੇ ਸਵਾਰ ਕੇ ਰੱਖ ਲਿਆ। ਪਰ ਸਾਹਿਬ ਜੀ ਨੇ ਉਹਨੂੰ ਸਮਝਾਉਂਦਿਆਂ ਕਿ ਜਿਤ ਮੁਖ ਨਾਮ ਨਾ ਉਚਰਹਿ, ਬਿਨ ਨਾਵੈ ਰਸ ਖਾਹੇ, ਨਾਨਕ ਏਵੈ ਜਾਣੀਐ ਤਿਤ ਮੁਖ ਥੁੱਕਾਂ ਪਾਹੇ। ਕਿ ਜਿਹੜੀ ਜ਼ੁਬਾਨ ਨਾਮ ਨਹੀਂ ਉਚਾਰਨ ਕਰਦੀ, ਕੇਵਲ ਰਸਾਂ ਕਸਾਂ ਦੇ ਵਿੱਚ ਖਚਿਤ ਹੈ। ਸੋ ਅੱਜ ਇਸੇ ਤਰ੍ਹਾਂ ਫਿਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਕੋਈ ਸੰਗਤ ਬੈਠੀ ਹੈ ਜਿਸ ਦੇ ਵਿੱਚ ਇਸਤਰੀਆਂ ਵੀ ਹਨ, ਪੁਰਖ ਵੀ ਹਨ, ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਸਾਰੇ ਬਰਾਬਰ ਸਨ। ਸੋ ਇੱਕ ਬ੍ਰਾਹਮਣ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਇਆ। ਸੁਭਾਵਕ ਉਹਨੇ ਮਨ ਦੇ ਵਿੱਚ ਸ਼ੰਕਾ ਕੀਤਾ ਹੈ ਕਿ ਤੁਸੀਂ ਭੰਡ ਨੂੰ ਭਾਵ ਕਿ ਇਸਤਰੀ ਨੂੰ ਆਪਣੇ ਕੋਲ ਕਿਉਂ ਬਿਠਾਇਆ, ਕਿਉਂਕਿ ਸਾਡੇ ਮਤ ਦੇ ਅੰਦਰ ਤੇ ਐਸਾ ਨਾ ਸੀ ਜਲਦੀ ਕਿਤੇ ਕਿਸੇ ਪੂਜਾ ਦੇ ਵਿੱਚ ਸ਼ਾਮਲ ਹੋਣ ਦਈਏ, ਨਾ ਵੇਦ ਪੜ੍ਹਨ ਦਾ ਅਧਿਕਾਰ ਹੈ। ਤੇ ਜਿਹੜੇ ਸਾਡੇ ਵੱਡੇ ਗੁਰੂ ਨੇ, ਸਾਧੂ ਨੇ, ਤਤਵੇਤਾ ਮਹਾਂਪੁਰਖ ਨੇ ਜੋ ਸਾਡੇ ਹਿੰਦੂ ਧਰਮ ਦੇ, ਉਹ ਤਾਂ ਇਸਤਰੀ ਦਾ ਦਰਸ਼ਨ ਕਰਨਾ ਵੀ ਮਾੜਾ ਸਮਝਦੇ ਨੇ। ਉਹ ਤਾਂ ਇੰਜ ਕਹਿੰਦੇ ਨੇ ਵੀ ਇਹਦਾ ਮੱਥੇ ਲੱਗਣਾ ਵੀ ਮਾੜਾ ਹੈ। ਸੋ ਇਸ ਤਰ੍ਹਾਂ ਜਦੋਂ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗਾ ਜੀ ਇਹ ਇਸ ਤਰ੍ਹਾਂ ਸੰਗਤ ਵਿੱਚ ਬਰਾਬਰ ਨਹੀਂ ਬਹਿ ਸਕਦੀਆਂ, ਕਿਉਂਕਿ ਜਿਤਨੇ ਵੀ ਮਜ਼ਹਬ ਹਨ ਨਾ, ਹਰ ਇੱਕ ਧਰਮ ਨੇ ਗੁਰੂ ਨਾਨਕ ਦੇ ਘਰ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਇਸਤਰੀ ਨੂੰ ਬਹੁਤ ਅਪਮਾਨਜਨਕ ਮਾੜੇ ਤੋਂ ਮਾੜੇ ਸ਼ਬਦ ਜਿਹੜੇ ਉਹ ਵਰਤੇ ਹਨ। ਕਿਸੇ ਨੇ ਮਾਫ ਕਰਿਓ ਪੈਰ ਦੀ ਜੁੱਤੀ ਸ਼ਬਦ ਵਰਤਿਆ, ਕਿਸੇ ਨੇ ਇੱਥੋਂ ਤੱਕ ਸ਼ਬਦ ਵਰਤ ਦਿੱਤਾ ਕਿ ਢੋਲ ਗਵਾਰ ਸ਼ੂਦਰ ਅਰ ਨਾਰੀ, ਭਾਵ ਕਿ ਢੋਲ ਫਿਰ ਗਵਾਰ ਪੁਰਖ ਜਿਹੜਾ ਪਾਗਲ ਮੂਰਖ ਹੈ, ਸ਼ੂਦਰ ਪੁਰਖ ਤੇ ਨਾਰੀ, ਚਾਰੋਂ ਤਾੜਨ ਕੇ ਅਧਿਕਾਰੀ। ਇਹ ਚਾਰੇ ਜਿਹੜੇ ਇਹ ਮਾਰਨ ਦੇ ਅਧਿਕਾਰੀ ਨੇ, ਇਹਨਾਂ ਨੂੰ ਮਾਰ ਪੈਂਦੀ ਰਹਿਣੀ ਚਾਹੀਦੀ। ਕਿਸੇ ਨੇ ਇਸ ਤਰ੍ਹਾਂ ਵੀ ਕਹਿ ਦਿੱਤਾ ਕਿ ਪਰਮਾਤਮਾ ਦੀ ਖੂਬਸੂਰਤ ਗਲਤੀ ਹੈ ਇੱਕ ਇਸਤਰੀ। ਕਿਸੇ ਨੇ ਇਸ ਤਰ੍ਹਾਂ ਵੀ ਕਹਿ ਦਿੱਤਾ ਕਿ ਇਹ ਇੱਕ ਉਹ ਹੈ ਜਿਸ ਨੂੰ ਦੇਖ ਕੇ ਮਨ ਜਿਹੜਾ ਉਹ ਵਾਸ਼ਨਾ ਦੇ ਵਿੱਚ ਗਰਸਿਆ ਜਾਂਦਾ। ਤੇ ਮਾਫ ਕਰਿਓ ਬੇਸ਼ੱਕ ਇਸ ਜ਼ੁਬਾਨ ਸ਼ਬਦ ਵਰਤਣ ਲੱਗੀ, ਪਰ ਹਾਂ ਜੋ ਸੰਸਾਰ ਦੇ ਲੋਕਾਂ ਨੇ ਇਸਤਰੀ ਦੇ ਪ੍ਰਤੀ ਆਪਣੀ ਮਾੜੀ ਮਾਨਸਿਕਤਾ ਜਿਹੜੀ ਉਹ ਪ੍ਰਗਟ ਕੀਤੀ। ਇੱਥੋਂ ਤੱਕ ਵੀ ਲੋਕਾਂ ਨੇ ਕਹਿ ਦਿੱਤਾ ਕਿ ਇਸਤਰੀ ਦੇ ਅੰਦਰ ਵਾਸ਼ਨਾ ਜਿਹੜੀ ਹੈ ਉਹ ਪੁਰਖ ਦੇ ਨਾਲੋਂ ਕਈ % ਜ਼ਿਆਦਾ ਹੈ, ਇਸ ਕਰਕੇ ਇਹਦੇ ਵਿੱਚ ਜ਼ਿਆਦਾ ਕਾਮ ਹੈ ਤੇ ਜ਼ਿਆਦਾ ਵਿਸ਼ੇਗ੍ਰਸਤ ਹੈ। ਗੁਰੂ ਨਾਨਕ ਦੇ ਘਰ ਨੇ ਬਿਲਕੁਲ ਬਰਾਬਰ ਦਾ ਦਰਜਾ ਦੇ ਦਿੱਤਾ। ਸੋ ਇਸ ਤਰ੍ਹਾਂ ਜਦੋਂ ਬ੍ਰਾਹਮਣ ਸਤਿਗੁਰਾਂ ਨੂੰ ਕੁਝ ਸਵਾਲ ਕਰਦਾ ਹੈ, ਮੇਰੇ ਹਜ਼ੂਰ ਦਾ ਤਾਰ ਪਾਤਸ਼ਾਹ ਫਿਰ ਉਹਨੂੰ ਸਮਝਾਉਂਦਿਆਂ ਇਹ ਪਾਵਨ ਸ਼ਲੋਕ ਉਚਾਰਨ ਕਰਕੇ ਪੁੱਛਦੇ ਨੇ, ਭੰਡ ਜੰਮੀਐ ਭੰਡ ਨਿੰਮੀਐ, ਭੰਡ ਮੰਗਣ ਵਿਆਹੋ। ਸਾਹਿਬ ਜੀ ਕਹਿੰਦੇ ਭੰਡ ਭਾਵ ਕਿ ਇਸਤਰੀ, ਭੰਡ ਦਾ ਸ਼ਬਦ ਇੱਥੇ ਇਸਤਰੀ ਹੈ। ਸਾਹਿਬ ਕਹਿੰਦੇ ਇਸਤਰੀ ਦੇ ਦੁਆਰਾ ਜੰਮੀ ਹੈ,
ਸੰਸਾਰ ਦੇ ਉੱਤੇ ਆਪਾਂ ਜਨਮ ਲੈਂਦੇ ਆ। ਕੋਈ ਐਸਾ ਹੈ ਜਿਹੜਾ ਆਕਾਸ਼ ਚੋਂ ਡਿੱਗ ਪਿਆ ਹੋਵੇ? ਸੋ ਇਸੇ ਕਰਕੇ ਜਦੋਂ ਬ੍ਰਾਹਮਣਾਂ ਨੇ ਭਗਤ ਕਬੀਰ ਜੀ ਦੇ ਨਾਲ ਚਰਚਾ ਕਰਕੇ ਕਿਹਾ ਸੀ ਕਿ ਤੂੰ ਸ਼ੂਦਰ ਹੈ, ਅਸੀਂ ਬ੍ਰਾਹਮਣ ਹਾਂ, ਤੇ ਭਗਤ ਜੀ ਨੇ ਬੜਾ ਸੋਹਣਾ ਉਹਨਾਂ ਨੂੰ ਜਵਾਬ ਦਿੰਦਿਆਂ ਇੱਕ ਸਵਾਲ ਕੀਤਾ ਸੀ ਕਿ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਟ ਕਾਹੇ ਨਹੀਂ ਆਇਆ। ਜੇ ਤੂੰ ਬ੍ਰਾਹਮਣ ਹੈ, ਜੇ ਤੂੰ ਬੜਾ ਉੱਚਾ ਸੁੱਚਾ ਹੈ, ਵਿਦਵਾਨ ਪੰਡਤ ਹੈ, ਆਪਣੇ ਆਪ ਨੂੰ ਉੱਚੀ ਜਾਤੀ ਦਾ ਮੰਨਦਾ ਹੈ, ਵੇਦਾਂ ਦਾ ਗਿਆਤਾ ਮੰਨਦਾ ਹੈ, ਤਾਂ ਆਨ ਬਾਟ ਕਾਹੇ ਨਹੀਂ ਆਇਆ। ਫਿਰ ਇਸਤਰੀ ਦੇ ਜਿਸ ਰਸਤੇ ਜਿਸ ਦਵਾਰ ਦੇ ਰਾਹੀਂ ਅਸੀਂ ਸੰਸਾਰ ਤੇ ਜਨਮ ਲਿਆ, ਤੈਨੂੰ ਚਾਹੀਦਾ ਸੀ ਤੂੰ ਕਿਸੇ ਹੋਰ ਦਵਾਰੇ 'ਚੋਂ ਜਨਮ ਲੈਂਦਾ। ਤੂੰ ਮੂੰਹ ਦੇ ਵਿੱਚੋਂ ਪੈਦਾ ਹੁੰਦਾ, ਤੂੰ ਕੰਨਾਂ ਵਿੱਚੋਂ ਪੈਦਾ ਹੁੰਦਾ, ਤੂੰ ਨੱਕ 'ਚੋਂ ਪੈਦਾ ਹੁੰਦਾ, ਤੂੰ ਸਿਰ 'ਚੋਂ ਪੈਦਾ ਹੋ ਜਾਂਦਾ। ਉਸੇ ਰਸਤੇ ਅਸੀਂ ਜਨਮ ਲਿਆ, ਉਸੇ ਰਸਤੇ ਤੂੰ ਜਨਮ ਲੈ ਰਿਹਾ। ਜਨਨ ਪ੍ਰਕਿਰਿਆ ਤੇ ਇੱਕ ਹੀ ਹੈ ਨਾ ਇਸਤਰੀ ਦੀ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਸਤਰੀ ਦੇ ਦੁਆਰਾ ਹੀ ਸੰਸਾਰ ਦੇ ਉੱਤੇ ਜੰਮਿਆ ਜਾਂਦਾ। ਭੰਡ ਨਿੰਮੀ ਹੈ ਤੇ ਇਸਤਰੀ ਹੀ ਆਪਣੇ ਗਰਭ ਦੇ ਵਿੱਚ ਸਾਨੂੰ ਨਿੰਮ ਕੇ ਰੱਖਦੀ ਹੈ, ਭਾਵ ਜਿਵੇਂ ਟਿਕਾ ਕੇ ਰੱਖਦੀ ਹੈ। ਐਸਾ ਵੀ ਨਹੀਂ ਹੈ ਕਿ ਸਿਰਫ ਇਸਤਰੀ ਸਾਨੂੰ ਜਨਮ ਦਿੰਦੀ ਵੀ ਸੀ, ਇੱਕਦਮ ਮਾਤ ਗਰਭ ਦੇ ਵਿੱਚ ਆਏ ਤੇ ਨਾਲ ਹੀ ਅਸੀਂ ਮਾਤ ਗਰਭ ਦੇ ਵਿੱਚੋਂ ਬਾਹਰ ਆ ਗਏ। ਉੱਥੇ ਲੰਬੇਰਾ ਸਮਾਂ ਕਿੰਨੇ ਮਹੀਨਿਆਂ ਤੱਕ ਉਸ ਮਾਂ ਨੇ ਸਾਨੂੰ ਟਿਕਾ ਕੇ ਰੱਖਿਆ ਆਪਣੇ ਗਰਭ ਦੇ ਵਿੱਚ, ਭਾਵ ਕਿ ਸਰੀਰ ਜਦੋਂ ਇੱਕ ਬਿੰਦ ਰਕਤ ਤੋਂ ਇਹ ਸਾਰੀ ਘਾੜਤ ਘਟਦੀ ਹੈ, ਉਹਦੇ ਲਈ ਕੋਈ ਭਾਂਡਾ ਤੇ ਚਾਹੀਦਾ, ਤੇ ਉਹ ਭਾਂਡਾ ਹੈ ਮਾਤਾ ਗਰਭ। ਇਸ ਕਰਕੇ ਸਾਹਿਬ ਜੀ ਕਹਿੰਦੇ ਭੰਡ ਨਿੰਮੀ ਹੈ, ਭਾਵ ਉਹ ਇਸਤਰੀ ਹੀ ਸਾਨੂੰ ਆਪਣੇ ਆਪ ਦੇ ਵਿੱਚ ਨਿੰਮਦੀ ਹੈ, ਸਿੰਜਦੀ ਹੈ, ਟਿਕਾਉਂਦੀ ਹੈ। ਭੰਡ ਮੰਗਣ ਵੀ ਆਹੋ ਤੇ ਭਲਿਆ ਪੁਰਖਾ। ਜਿਸ ਦਿਨ ਪੁਰਖ ਵੱਡਾ ਹੁੰਦਾ ਹੈ, ਉਸ ਦਿਨ ਜਦੋਂ ਵਿਆਹ ਦੀ ਗੱਲ ਤੁਰਦੀ ਹੈ, ਜਦੋਂ ਰਿਸ਼ਤੇ ਨਾਤੇ ਦੀ ਗੱਲ ਤੁਰਦੀ ਹੈ, ਜਦੋਂ ਕਿਤੇ ਸੰਸਾਰ ਦਾ ਸੰਬੰਧ ਜੋੜਨ ਦੀ ਗੱਲ ਤੁਰਦੀ, ਉਦੋਂ ਇਹ ਨਹੀਂ ਕਿਹਾ ਜਾਂਦਾ ਕਿ ਸਾਡਾ ਪੁੱਤਰ ਜਵਾਨ ਹੋਇਆ, ਇਹਦੇ ਵਾਸਤੇ ਪੁੱਤਰ ਮੁੰਡਾ ਲੱਭੋ ਕੋਈ। ਸ਼ਬਦ ਕਹਿੰਦੇ ਇਹਦੇ ਵਾਸਤੇ ਕੋਈ ਲੜਕੀ ਲੱਭੀ ਜਾਵੇ। ਉਹ ਲੜਕੀ ਉਹ ਵੀ ਤਾਂ ਇੱਕ ਔਰਤ, ਇੱਕ ਇਸਤਰੀ ਹੈ। ਤਾਂ ਸਾਹਿਬ ਕਹਿੰਦੇ ਵੱਡੇ ਹੋਣ ਤੋਂ ਬਾਅਦ ਭੰਡ ਮੰਗਣ ਵੀ ਆਹੋ। ਭੰਡ ਇਸਤਰੀ ਨੂੰ ਹੀ ਵਿਆਹ ਰੂਪ ਦੇ ਵਿੱਚ ਮੰਗਿਆ ਜਾਂਦਾ ਹੈ, ਉਹਦੀ ਹੀ ਮੰਗ ਕੀਤੀ ਜਾਂਦੀ ਹੈ। ਫਿਰ ਜਦੋਂ ਬਹੁਤ ਵੱਡੇ ਵਿਆਹ ਦੇ ਜਿਤਨੇ ਵੀ ਸੰਸਾਰ ਦੇ ਕਾਰਜ ਨੇ, ਉਹਨਾਂ ਦੇ ਵਿੱਚ ਜਦੋਂ ਵੀ ਕੋਈ ਹਰ ਇੱਕ ਧਰਮ ਜਿਹੜਾ ਹੈ ਜਦੋਂ ਵੀ ਉਹ ਕਰਦਾ ਹੈ, ਕਿਉਂਕਿ ਦੇਖੋ ਜਦੋਂ ਸਿੱਖ ਧਰਮ ਦੇ ਅੰਦਰ ਵੀ ਸੂਖਮ ਅਰਦਾਸ ਕੀਤੀ ਜਾਂਦੀ, ਉਹਦੇ ਸ਼ਬਦ ਕਿਹਾ ਜਾਂਦਾ ਹੈ ਕਿ ਲੜਕੇ ਦੇ ਮਾਤਾ ਪਿਤਾ, ਲੜਕੀ ਦੇ ਮਾਤਾ ਪਿਤਾ ਖੜੇ ਹੋਣ। ਉੱਥੇ ਨਹੀਂ ਕਿਹਾ ਜਾਂਦਾ ਇਕੱਲੇ ਪਿਤਾ ਖੜੇ ਹੋਣ। ਤੇ ਚਲੋ ਜੇ ਸੰਜੋਗਵਸ਼ ਸੰਸਾਰ ਦੇ ਉੱਤੇ ਕਈ ਦਫਾ ਪਰਮਾਤਮਾ ਦੀ ਖੇਡ ਐਸੀ ਹੋ ਜਾਂਦੀ ਕਿ ਦੋਨਾਂ ਵਿੱਚੋਂ ਕਿਸੇ ਇੱਕ ਬੱਚੇ ਦੀ ਜੇ ਮਾਂ ਨਾ ਹੋਵੇ, ਤਾਂ ਫਿਰ ਰਿਸ਼ਤੇ ਦੇ ਵਿੱਚੋਂ ਕੋਈ ਔਰਤ, ਕੋਈ ਮਾਸੀ ਜਾਂ ਕੋਈ ਵੀ ਜੋ ਸਕਾ ਸੰਬੰਧੀ ਹੈ, ਜੋ ਮਾਂ ਦੀ ਨਿਆਈ ਜਿਸ ਦਾ ਦਰਜਾ ਅੰਦਰ ਭਾਵਨਾ ਰੱਖਦਾ ਹੋਵੇ, ਉਹ ਉੱਠ ਕੇ ਖੜੀ ਹੋ ਜਾਂਦੀ ਹੈ। ਹੋਰ ਵੀ ਧਰਮਾਂ ਦੇ ਅੰਦਰ, ਹਿੰਦੂ ਧਰਮ ਦੇ ਵਿੱਚ ਫੇਰੇ ਕਰਦੇ, ਉੱਥੇ ਵੀ ਇਸਤਰੀ ਨੂੰ ਨਾਲ ਬਿਠਾਇਆ ਜਾਂਦਾ ਹੈ ਕਿ ਇਹ ਰਿਸ਼ਤਾ, ਇਹ ਵਿਆਹ ਜਿਹੜਾ ਹੈ ਇਸਤਰੀ ਦੇ ਦੁਆਰਾ ਹੀ ਮੁਕੰਮਲ ਹੋ ਸਕਦਾ ਹੈ। ਤੋ ਉਸ ਵਕਤ ਇੱਕ ਬਾਹਰੀ ਇਸਤਰੀ ਦੀ ਵੀ ਮੰਗ ਕੀਤੀ ਜਾਂਦੀ ਹੈ ਤੇ ਇੱਕ ਜਿਹਦੇ ਨਾਲ ਵਿਆਹ ਹੋਣਾ ਉਹ ਵੀ ਇਸਤਰੀ ਹੈ। ਸੋ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਭੰਡ ਮੰਗਣ ਵੀ ਆਹੋ। ਭੰਡਹੁ ਹੋਵੈ ਦੋਸਤੀ, ਭੰਡਹੁ ਚੱਲੈ ਰਾਹੋ। ਸੰਸਾਰ ਦੇ ਵਿੱਚ ਜਿਤਨਾ ਸੰਬੰਧ ਬਣਦਾ ਨਾ ਰਿਸ਼ਤੇ ਨਾਤਿਆਂ ਦਾ, ਉਹ ਇਸਤਰੀ ਦੇ ਨਾਲ ਜੁੜਦਾ ਹੈ। ਭਾਵ ਦੋਸਤੀ ਦਾ ਅਰਥ ਜੋ ਅੱਜ ਲੋਕ ਦੋਸਤੀਆਂ ਕਰਦੇ ਨੇ, ਇਹ ਅਰਥ ਨਹੀਂ ਵੀ ਕੱਲ ਨੂੰ ਕੋਈ ਗਲਤ ਅਰਥ ਕਰਕੇ ਕਵੇ ਮਹਾਰਾਜ ਨੇ ਕਿਹਾ ਫਿਰ ਔਰਤ ਦੇ ਨਾਲ ਹੀ ਦੋਸਤੀਆਂ ਕਰਨੀਆਂ ਚਾਹੀਦੀਆਂ ਨੇ ਤੇ ਅਸੀਂ ਵਿਭਚਾਰੀ ਹੋ ਜਾਈਏ। ਨਹੀਂ, ਇੱਥੇ ਸਾਹਿਬ ਜੀ ਦੋਸਤੀ ਦਾ ਭਾਵ ਕਿ ਜਿਸ ਪਰਿਵਾਰ ਦੇ ਅਗਲੇ ਜੀਆਂ ਨੂੰ ਅਸੀਂ ਨਹੀਂ ਸੀ ਜਾਣਦੇ, ਉਹਨਾਂ ਦੇ ਅੱਗੇ ਤੋਂ ਅੱਗੇ ਜਿਹੜੇ ਰਿਸ਼ਤੇਦਾਰ ਅਸੀਂ ਨਹੀਂ ਸੀ ਜਾਣਦੇ, ਜਿਵੇਂ ਹੀ ਵਿਆਹ ਹੁੰਦਾ ਪੁਰਖ ਦਾ, ਉਸ ਭਾਗਾਂ ਵਾਲੀ ਇਸਤਰੀ ਦੇ ਨਾਲ ਸੰਬੰਧ ਜੁੜਦਾ ਹੈ। ਹੁਣ ਅੱਗੇ ਉਹਦੇ ਜਿਤਨੇ ਰਿਸ਼ਤੇ ਹਨ, ਭਾਵੇਂ ਉਹਦੇ ਚਾਚੇ ਤਾਏ ਮਾਮੇ, ਜਿਤਨੇ ਵੀ ਰਿਸ਼ਤੇ ਉਹਦੇ ਸ਼ਰੀਕੇ ਪਰਿਵਾਰ ਦੇ ਵਿੱਚ ਉਧਰਲੇ ਪਾਸੇ ਆਉਂਦੇ ਨੇ, ਉਹਦੇ ਪੇਕੇ ਪਰਿਵਾਰ ਦੇ, ਉਹਨਾਂ ਸਾਰਿਆਂ ਦੇ ਨਾਲ ਸਾਡਾ ਸੰਬੰਧ ਬਣ ਜਾਂਦਾ ਹੈ। ਉਹਨਾਂ ਸਾਰਿਆਂ ਰਿਸ਼ਤੇ ਨਾਤਿਆਂ ਦੇ ਵਿੱਚ ਦੋਸਤੀ ਮਿੱਤਰਤਾ ਵੱਧ ਜਾਂਦੀ, ਪਿਆਰ ਵੱਧਦਾ ਹੈ, ਇਤਫਾਕ ਵੱਧਦਾ ਹੈ। ਇਹ ਕਿਵੇਂ ਹੋਇਆ? ਜਦੋਂ ਇੱਕ ਇਸਤਰੀ ਦੇ ਨਾਲ ਵਿਆਹ ਹੋਇਆ ਹੈ। ਤਾਂ ਸਾਹਿਬ ਕਹਿੰਦੇ ਭੰਡਹੁ ਹੋਵੈ ਦੋਸਤੀ, ਫਿਰ ਭੰਡਹੁ ਚੱਲੈ ਰਾਹੋ। ਇਸਤਰੀ ਅੱਗੇ ਜਦੋਂ ਵਿਆਹ ਕੇ ਆਈ, ਉਹਨੇ ਅੱਗੇ ਧੀ ਨੂੰ, ਪੁੱਤਰ ਨੂੰ ਜਨਮ ਦਿੱਤਾ। ਫਿਰ ਆਪਾਂ ਕਹਿੰਦੇ ਜੀ ਹਾਂ ਇਹ ਫਲਾਣੇ ਦੇ ਪਰਿਵਾਰ ਵਿੱਚੋਂ ਹੈ ਇਹ ਬੱਚਾ। ਉਹ ਅੱਗੇ ਜਿਹੜਾ ਰਾਹ ਚੱਲਦਾ ਹੈ, ਅੱਗੇ ਜਿਹੜੀ ਕੁੱਲ ਚੱਲਦੀ ਹੈ, ਉਹ ਵੀ ਤੇ ਇੱਕ ਇਸਤਰੀ ਦੇ ਦੁਆਰਾ ਹੀ ਇਹ ਰਸਤਾ ਅੱਗੇ ਤੁਰਿਆ। ਹੁਣ ਜੇ ਇਸਤਰੀ ਨਾ ਆਉਂਦੀ ਤੇਰੇ ਘਰ ਦੇ ਵਿੱਚ,
ਤਾਂ ਸਾਹਿਬ ਜੀ ਉਹਨੂੰ ਸਵਾਲ ਕਰਕੇ ਪੁੱਛਦੇ, ਤੇਰੀ ਵੰਸ਼ ਤੇਰੀ ਕੁਲ ਅੱਗੇ ਕਿਵੇਂ ਤੁਰਦੀ? ਤੇਰੇ ਘਰ ਦੇ ਵਿੱਚ ਕੋਈ ਧੀ ਪੁੱਤ ਨੇ ਜਨਮ ਲਿਆ ਹੈ, ਅੱਗੇ ਉਹਦੇ ਘਰ ਵਿੱਚ ਕੋਈ ਬੱਚਾ ਜਨਮ ਲਵੇਗਾ ਤੇ ਤੇਰਾ ਨਾਂ ਸੰਸਾਰ ਤੇ ਹੋਏਗਾ ਇਸ ਤਰ੍ਹਾਂ ਵੀ ਫਲਾਣੇ ਦੀ ਕੁਲ ਹੈ, ਫਲਾਣੇ ਦੀ ਪੀੜ੍ਹੀ ਹੈ। ਇਹ ਜਨਨ ਪ੍ਰਕਿਰਿਆ ਤੇ ਇੱਕ ਮਾਂ ਨੇ ਪੂਰੀ ਕੀਤੀ ਹੈ ਨਾ। ਇਸ ਕਰਕੇ ਸਾਹਿਬ ਕਹਿੰਦੇ ਸੰਸਾਰ ਦਾ ਰਾਹ ਆ, ਇਹ ਸਾਰਾ ਜਿਤਨਾ ਸੰਸਾਰ ਹੈ ਇਹ ਉਹਦੇ ਦੁਆਰਾ ਹੀ ਚੱਲਦਾ ਹੈ। ਭੰਡ ਮੂਆ ਭੰਡ ਭਾਲੀ ਹੈ, ਭੰਡ ਹੋਵੇ ਬੰਧਾਨ। ਫਿਰ ਸਾਹਿਬ ਜੀ ਕਹਿੰਦੇ ਜਦੋਂ ਕਿਤੇ ਰੱਬ ਨਾ ਕਰੇ ਭੰਡ ਮੂਆ, ਕਿ ਕਿਤੇ ਘਰ ਵਾਲੀ ਜੋ ਜੀਵਨ ਸਾਥਣ ਹੈ ਉਹ ਸੰਸਾਰ ਤੋਂ ਪਹਿਲਾਂ ਕੂਚ ਕਰ ਜਾਏ, ਤਾਂ ਫਿਰ ਮਨੁੱਖ ਕੀ ਕਰਦਾ? ਭੰਡ ਭਾਲੀ ਹੈ, ਇੱਕ ਦੂਸਰੀ ਇਸਤਰੀ ਦੀ ਖੋਜ ਦੇ ਵਿੱਚ ਹੈ। ਹਾਂ, ਵਾਸ਼ਨਾ ਵਾਸਤੇ ਨਹੀਂ, ਉਹ ਆਪਣੇ ਪਰਿਵਾਰ ਨੂੰ ਚਲਾਉਣ ਵਾਸਤੇ, ਪਰਿਵਾਰ ਦੇ ਕਾਰਜ ਕਰਨ ਵਾਸਤੇ, ਘਰ ਦੀ ਪਰਵਰਿਸ਼ ਕਰਨ ਵਾਸਤੇ, ਬੱਚਿਆਂ ਦੀ ਪਰਵਰਿਸ਼ ਵਾਸਤੇ ਉਹ ਫਿਰ ਅੱਗੇ ਦੂਸਰੀ ਇਸਤਰੀ ਨੂੰ ਭਾਲਦਾ, ਭਾਵ ਕਿ ਵਿਆਹ ਕਰਵਾਉਂਦਾ ਹੈ। ਦੂਜਾ ਇਹਦਾ ਅਰਥ ਇਹ ਵੀ ਹੈ ਕਿ ਸਾਹਿਬ ਜੀ ਕਹਿਣ ਲੱਗੇ ਉਸ ਪੰਡਤ ਨੂੰ, ਉਸ ਬ੍ਰਾਹਮਣ ਨੂੰ, ਕਿ ਜਦੋਂ ਕਿਤੇ ਤੁਹਾਡੀ ਇਸਤਰੀ ਜਿਹੜੀ ਹੈ ਉਹ ਸੰਸਾਰ ਤੋਂ ਤੁਰ ਜਾਵੇ ਤਾਂ ਤੁਹਾਨੂੰ ਦੂਜਾ ਵਿਆਹ ਜਿਹੜਾ ਉਹ ਕਰਵਾਉਣਾ ਹੀ ਪੈਂਦਾ ਹੈ। ਫਿਰ ਤੁਸੀਂ ਦੂਸਰੀ ਇਸਤਰੀ ਨੂੰ ਲੱਭਦੇ ਹੋ। ਕਿਉਂ ਕਰਵਾਉਣਾ ਪੈਂਦਾ? ਉਹਦਾ ਕਾਰਨ ਇਹ ਹੈ ਕਿ ਜਿਹੜਾ ਬ੍ਰਾਹਮਣ ਜਿਹੜਾ ਹੈ ਉਹ ਇਕੱਲਾ ਹੋਵੇ, ਭਾਵ ਉਹਦੀ ਜੀਵਨ ਸਾਥਣ ਉਹਦੇ ਨਾਲ ਨਾ ਹੋਵੇ, ਨਾ ਉਹ ਯੱਗ ਕਰ ਸਕਦਾ, ਨਾ ਉਹ ਹਵਨ ਦੇ ਵਿੱਚ ਸ਼ਾਮਲ ਹੋ ਸਕਦਾ, ਨਾ ਹੋਰ ਜਿਹੜੇ ਵੱਡੇ ਕਰਮ ਹਨ ਹਿੰਦੂ ਧਰਮ ਦੇ ਉਹ ਨਹੀਂ ਕਰ ਸਕਦਾ। ਉਹਨੂੰ ਪਹਿਲਾਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਦੋਨੋਂ ਜੀ ਹੋ, ਜੇ ਤੁਹਾਡੀ ਜੋੜੀ ਬਰਾਬਰ ਹੈ ਤੇ ਫਿਰ ਤੂੰ ਯੱਗ ਦੇ ਵਿੱਚ ਹੋਮ ਯੱਗ ਹਵਨ ਆਦਿਕ ਜਿਤਨੇ ਕਰਮ ਨੇ ਇਹਨਾਂ ਨੂੰ ਕਰ ਸਕਦਾ, ਤੇ ਜੇ ਨਹੀਂ ਹੈ ਤੇ ਤੂੰ ਇਸ ਯੱਗ ਦੇ ਵਿੱਚ ਬਹਿਣ ਦਾ ਅਧਿਕਾਰੀ ਨਹੀਂ। ਫਿਰ ਉਹਨਾਂ ਨੂੰ ਇਸ ਯੱਗ ਦੇ ਵਿੱਚ ਆਪਣੇ ਆਪ ਨੂੰ ਕੰਟੀਨਿਊ ਕਰਨ ਦੇ ਵਾਸਤੇ, ਚੱਲਦਾ ਰੱਖਣ ਲਈ, ਆਪਣੇ ਜੀਵਨ ਦਾ ਗੁਜ਼ਾਰ ਚੱਲਦਾ ਰੱਖਣ ਦੇ ਵਾਸਤੇ ਉਹ ਦੂਜੀ ਇਸਤਰੀ ਲੱਭਦੇ, ਉਹਦੇ ਨਾਲ ਫਿਰ ਦੂਜਾ ਵਿਆਹ ਕਰਵਾਉਂਦੇ ਹਨ। ਕਿਉਂ? ਇਹਦਾ ਕਾਰਨ ਤਾਂ ਸਾਹਿਬ ਕਹਿੰਦੇ ਭੰਡ ਹੋਵੇ ਬੰਧਾਨ, ਕਿਉਂਕਿ ਤੁਹਾਡੇ ਧਰਮ ਦੀ ਜਿਤਨੀ ਮਰਿਆਦਾ ਹੈ ਯੱਗ ਆਦਿਕ ਦੀ, ਉਹ ਇਸਤਰੀ ਦੇ ਵਿੱਚ ਬੱਝੀ ਹੋਈ ਹੈ। ਭਾਵ ਉਹ ਮਰਿਆਦਾ ਜਿਹੜੀ ਇਸਤਰੀ ਕਰਕੇ ਬੱਝੀ। ਕਿਸ ਤਰ੍ਹਾਂ ਬੱਝੀ? ਕਿਉਂਕਿ ਜਿਹੜੇ ਯੱਗ ਹੁੰਦੇ, ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਕਈ ਕਾਰਜ ਐਸੇ ਹੁੰਦੇ ਜਿਨ੍ਹਾਂ 'ਚ ਇਸਤਰੀ ਦਾ ਸ਼ਾਮਲ ਹੋਣਾ ਬੜਾ ਜ਼ਰੂਰੀ ਹੈ। ਸੋ ਜਦੋਂ ਯੱਗ ਹੁੰਦਾ ਸੀ ਤਾਂ ਜੇ ਉਹਦੇ ਵਿੱਚ ਇਸਤਰੀ ਨਾ ਹੋਵੇ, ਜਿਹੜਾ ਯੱਗ ਕਰਵਾ ਰਿਹਾ ਹੁੰਦਾ ਸੀ, ਜਿਸ ਤਰ੍ਹਾਂ ਸ਼੍ਰੀ ਰਾਮ ਜੀ ਨੇ ਜਦੋਂ ਯੱਗ ਕਰਵਾਇਆ, ਸੀਤਾ ਜੀ ਕੋਲ ਨਹੀਂ ਸੀ ਤਾਂ ਉਹਨਾਂ ਨੇ ਸੋਨੇ ਦੀ ਸੀਤਾ ਬਣਾ ਕੇ ਆਪਣੇ ਕੋਲ ਰੱਖੀ, ਤਾਂ ਕਿਹਾ ਗਿਆ ਵੀ ਹੁਣ ਯੱਗ ਜਿਹੜਾ ਉਹ ਸੰਪੂਰਨ ਹੋਇਆ, ਮੁਕੰਮਲ ਹੋਇਆ। ਤਾਂ ਸਾਹਿਬ ਕਹਿੰਦੇ ਇਸ ਤਰ੍ਹਾਂ ਜਿਹੜੀ ਤੁਹਾਡੇ ਧਰਮ ਦੀ ਮਰਿਆਦਾ ਹੈ ਉਹ ਵੀ ਤੇ ਇੱਕ ਇਸਤਰੀ ਦੇ ਨਾਲ ਹੀ ਮੁਕੰਮਲ ਹੁੰਦੀ ਹੈ। ਇਸ ਕਰਕੇ ਤੁਸੀਂ ਜਦੋਂ ਇੱਕ ਸਾਥ ਛੱਡ ਜਾਵੇ ਤਾਂ ਦੂਜੇ ਦੀ ਭਾਲ ਕਰਦੇ ਹੋ। ਤਾਂ ਸਾਹਿਬ ਜੀ ਉਹਨਾਂ ਨੂੰ ਹਲੂਣਾ ਦੇ ਕੇ ਕਹਿੰਦੇ ਨੇ, ਭਲਿਆ ਸੋ ਕਿਉਂ ਮੰਦਾ ਆਖੀਐ, ਜਿਤ ਜਮਹਿ ਰਾਜਾਨ। ਉਸ ਇਸਤਰੀ ਨੂੰ ਕਿਉਂ ਮੰਦਾ ਕਹੀਏ ਜਿਹਨੇ ਵੱਡੇ ਵੱਡੇ ਰਾਜੇ ਮਹਾਰਾਜੇ ਪੁਰਖ ਜਿਹੜੇ ਹਨ ਉਹਨਾਂ ਨੂੰ ਜਨਮ ਦਿੱਤਾ ਹੈ। ਭਾਵ ਸਾਹਿਬ ਕਹਿੰਦੇ ਜੇ ਤੂੰ ਰਾਮ ਨੂੰ ਮੰਨਦਾ ਤਾਂ ਰਾਮ ਨੂੰ ਵੀ ਜਨਮ ਦੇਣ ਵਾਲੀ ਜਿਹੜੀ ਹੈ ਉਹ ਮਾਤਾ ਕੁਸ਼ਲਿਆ ਹੈ। ਸੋ ਇਸ ਤਰ੍ਹਾਂ ਜੇ ਕ੍ਰਿਸ਼ਨ ਜੀ ਦਾ ਜ਼ਿਕਰ ਕਰੀਏ, ਉਹਨਾਂ ਨੂੰ ਯਸ਼ੋਦਾ ਨੇ ਜਨਮ ਦਿੱਤਾ ਹੈ। ਫਿਰ ਜਿਤਨੇ ਵੀ ਰਾਜੇ ਹਨ ਉਹਨਾਂ ਦੇ ਸੰਸਾਰ ਦੇ ਉੱਤੇ ਜਿਤਨੇ ਪਰਿਵਾਰ ਤੁਰਦੇ ਨੇ ਉਹਨਾਂ ਦੇ ਨਾਲ ਉਹਨਾਂ ਦੀ ਜੀਵਨ ਸਾਥਣ ਹੈ। ਇਸ ਕਰਕੇ ਸੋ ਕਿਉਂ ਮੰਦਾ ਆਖੀ ਹੈ, ਉਸ ਇਸਤਰੀ ਨੂੰ ਕਿਉਂ ਮੰਦਾ ਕਹੀਏ ਜਿਹਦੇ ਸੰਸਾਰ ਦੇ ਉੱਤੇ ਵੱਡੇ ਵੱਡੇ ਰਾਜੇ ਮਹਾਪੁਰਖ ਰਿਸ਼ੀ ਪੈਗੰਬਰ ਰਹਿਬਰ ਆਦਿਕ ਸਾਧੂ ਸੰਤ ਸਿੱਧ ਸਾਧਿਕ ਇਹਨਾਂ ਵੱਡੇ ਵੱਡੇ ਤੱਤ ਬੀਤਿਆਂ ਨੂੰ ਸੰਸਾਰ ਦੇ ਉੱਤੇ ਜਨਮ ਦਿੱਤਾ। ਤਾਂ ਸਾਹਿਬ ਜੀ ਕਹਿੰਦੇ ਤੇਰੀ ਅਗਿਆਨਤਾ ਹੋਵੇਗੀ ਜੇ ਤੂੰ ਉਸ ਇਸਤਰੀ ਨੂੰ ਮੰਦਾ ਸ਼ਬਦ ਕਹੇਂਗਾ ਜਿਸ ਨੇ ਸੰਸਾਰ ਨੂੰ ਤੋਰਿਆ, ਜਿਸ ਨੇ ਸੰਸਾਰ ਦੇ ਵੱਡੇ ਵੱਡੇ ਪੈਗੰਬਰਾਂ ਰਹਿਬਰਾਂ ਨੂੰ ਸਾਹਿਬ ਜੀ ਕਹਿੰਦੇ ਜਨਮ ਦਿੱਤਾ ਹੈ। ਭੰਡੋ ਹੀ ਭੰਡ ਉਪਜੈ, ਭੰਡੈ ਬਾਝ ਨਾ ਕੋਏ। ਫਿਰ ਸਾਹਿਬ ਜੀ ਉਹਨੂੰ ਫਿਰ ਸਮਝਾਉਂਦੇ ਨੇ ਉਸ ਬ੍ਰਾਹਮਣ ਪੰਡਤ ਨੂੰ ਕਿ ਸੰਸਾਰ ਦੇ ਉੱਤੇ ਭੰਡੋ ਹੀ ਭੰਡ ਉਪਜੈ, ਭਾਵ ਇੱਕ ਇਸਤਰੀ ਤੋਂ ਅੱਗੇ ਦੂਸਰੀ ਧੀ ਜਿਹੜੀ ਹੈ ਉਹਦੀ ਇਸਤਰੀ ਜਿਹੜੀ ਉਹ ਜਨਮ ਲੈਂਦੀ ਹੈ। ਭੰਡੋ ਹੀ ਭੰਡ ਉਪਜੈ, ਭੰਡੈ ਬਾਝ ਨਾ ਕੋਏ, ਭਾਵ ਇਸਤਰੀ ਤੋਂ ਬਿਨਾਂ ਸਾਹਿਬ ਕਹਿੰਦੇ ਸੰਸਾਰ ਤੇ ਕੋਈ ਵੀ ਨਹੀਂ। ਕੋਈ ਕਹਿ ਸਕਦਾ ਜੋ ਕਵੇ ਮੈਂ ਸੰਸਾਰ ਦੇ ਉੱਤੇ ਜਨਮ ਲਿਆ ਹੈ ਪਰ ਮੇਰੀ ਜਿਹੜੀ ਜਨਨ ਪ੍ਰਕਿਰਿਆ ਸੀ ਉਹ ਕੋਈ ਹੋਰ ਸੀ। ਇਸੇ ਕਰਕੇ ਜਦੋਂ ਮੈਂ ਪਹਿਲਾਂ ਜ਼ਿਕਰ ਕੀਤਾ ਭਗਤ ਕਬੀਰ ਜੀ ਨੇ ਬ੍ਰਾਹਮਣ ਨੂੰ ਇਹੀ ਕਿਹਾ, ਜਉ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਤਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭੰਡੋ ਹੀ ਭੰਡ ਉਪਜੈ, ਭੰਡੈ ਬਾਝ ਨਾ ਕੋਏ,
ਭਾਵ ਉਸ ਤੋਂ ਬਿਨਾ ਕੋਈ ਵੀ ਨਹੀਂ ਹੈ ਜੋ ਸੰਸਾਰ ਤੇ ਕਿਸੇ ਨੂੰ ਜਨਮ ਦੇ ਸਕਦਾ ਹੋਏ। ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਹਾਂ, ਉਹ ਇੱਕ ਸੱਚਾ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਹੈ ਜੋ ਨਾ ਜੰਮਣ ਦੇ ਵਿੱਚ ਹੈ ਨਾ ਮਰਨ ਦੇ ਵਿੱਚ ਹੈ। ਭਾਵ ਉਹ ਸੰਸਾਰ ਦੇ ਉੱਤੇ ਆਇਆ ਤਾਂ ਉਸ ਕਰਤਾ ਅਕਾਲ ਪੁਰਖ ਪਰਮੇਸ਼ਰ ਨੇ ਸਰਗੁਣ ਸਰੂਪ ਧਾਰਨ ਕੀਤਾ ਹੈ। ਸਰਗੁਣ ਸਰੂਪ ਧਾਰਨ ਕਰਦਿਆਂ ਗੁਰੂ ਨਾਨਕ ਪਾਤਸ਼ਾਹ ਦੇ ਮਾਤਾ ਤ੍ਰਿਪਤਾ ਜੀ ਹਨ। ਪਰ ਸਾਹਿਬ ਕਹਿੰਦੇ ਹੋ ਜਦੋਂ ਨਿਰਗੁਣ ਸਰੂਪ ਦੇ ਅੰਦਰ ਉਹਦੀ ਗੱਲ ਕਰਦੇ ਹਾਂ ਤਾਂ ਨਾਨਕ ਭੰਡੈ ਬਾਹਰਾ, ਉਹ ਇੱਕ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਐਸਾ ਹੈ ਜੋ ਭੰਡੈ ਬਾਹਰਾ, ਭਾਵ ਜੋ ਇਸਤਰੀ ਦੇ ਜਨਮ ਤੋਂ ਬਾਹਰ ਹੈ, ਜੋ ਜੰਮਦਾ ਨਹੀਂ, ਜੋ ਮਰਦਾ ਨਹੀਂ, ਜੋ ਕਿਸੇ ਦੇ ਦੁਆਰਾ ਜਨਮ ਨਹੀਂ ਲੈਂਦਾ, ਕਿਉਂਕਿ ਉਹ ਨਿਰਗੁਣ ਸਰੂਪ ਦੇ ਅੰਦਰ ਹੈ। ਤੇ ਨਿਰਗੁਣ ਸਰੂਪ ਦੇ ਅੰਦਰ ਜਦੋਂ ਉਹਦੀ ਦਾਸਤਾਂ ਪੜ੍ਹਦੇ ਹਾਂ ਕਿ ਉਹਦਾ ਸਰੂਪ ਜਿਹਨੂੰ ਸਾਹਿਬ ਗੁਰੂ ਨਾਨਕ ਪਾਤਸ਼ਾਹ ਇੰਜ ਆਸੀਸ ਦੇ ਕਰਕੇ ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਆਰਤੀ ਦੇ ਵਿੱਚ ਤਨਾਸਰੀ ਮਹੱਲਾ ਪਹਿਲਾ ਸਰਵਣ ਕਰਦੇ ਹਾਂ ਤੇ ਉੱਥੇ ਵੀ ਹਜ਼ੂਰ ਗਰੀਬ ਨਵਾਜ ਦਾ ਤਾਰ ਪਾਤਸ਼ਾਹ ਇੰਜ ਹੀ ਜ਼ਿਕਰ ਕਰਦੇ ਹਨ, ਸਭ ਮਹਿ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ। ਕਿ ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਸਾਰਿਆਂ ਦੇ ਅੰਦਰ ਉਹ ਰਵਿਆ ਹੋਇਆ ਹੈ, ਉਹ ਵਸਿਆ ਹੋਇਆ ਹੈ। ਤਾਂ ਸਭ ਕਹਿੰਦੇ ਸਿਰਫ ਉਹ ਨਿਰਗੁਣ ਸਰੂਪ ਪਰਮਾਤਮਾ ਹੀ ਹੈ ਜੋ ਭੰਡੈ ਬਾਹਰਾ, ਜਿਹਨੂੰ ਅੱਜ ਤੱਕ ਕਿਸੇ ਨੇ ਜਨਮ ਨਹੀਂ ਦਿੱਤਾ। ਬਾਕੀ ਜੋ ਵੀ ਇਸ ਸ੍ਰਿਸ਼ਟੀ ਦੇ ਉੱਤੇ ਅਸੀਂ ਦੇਖਦੇ ਹਾਂ ਹਰ ਇੱਕ ਚੀਜ਼ ਨੂੰ ਜਨਮ ਦਿੱਤਾ ਗਿਆ ਹੈ। ਹਰ ਇੱਕ, ਭਾਵੇਂ ਉਹ ਪਸ਼ੂ ਨੇ, ਭਾਵੇਂ ਪੰਛੀ ਨੇ, ਭਾਵੇਂ ਕੀੜੇ ਹਨ, ਜੋ ਵੀ ਇਸ ਜੂਨ ਦੇ ਅੰਦਰ ਅਸੀਂ ਦੇਖਦੇ ਹਾਂ ਉਹਦੇ ਅੰਦਰ ਨਰ ਤੇ ਮਾਦਾ ਹੈ, ਰੁੱਖਾਂ ਦੇ ਅੰਦਰ ਵੀ ਹੈ। ਸੋ ਇਸ ਤਰ੍ਹਾਂ ਸਾਹਿਬ ਕਹਿੰਦੇ ਕੇਵਲ ਪਰਮਾਤਮਾ ਹੈ ਜੋ ਭੰਡੈ ਬਾਹਰਾ, ਜੋ ਇੱਕ ਇਸਤਰੀ ਦੇ ਜਨਮ ਤੋਂ ਬਾਹਰ ਹੈ। ਜਿਤ ਮੁਖ ਸਦਾ ਸਾਲਾਹੀਐ ਭਾਗਾਂ ਰਤੀ ਚਾਰ। ਫਿਰ ਸਾਹਿਬ ਕਹਿੰਦੇ ਭਾਵੇਂ ਇਸਤਰੀ ਹੈ ਭਾਵੇਂ ਪੁਰਖ ਹੈ, ਜਿਤ ਮੁਖ ਸਦਾ ਸਲਾਹੀ ਹੈ, ਜਿਸ ਮੁਖ ਦੇ ਨਾਲ ਉਸ ਕਰਤਾ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਨੂੰ ਸਦਾ ਸਲਾਹਿਆ ਜਾਂਦਾ ਹੈ। ਸਾਹਿਬ ਕਹਿੰਦੇ ਭਾਗਾਂ ਰਤੀ ਚਾਰ, ਭਾਵ ਕਿ ਉਹ ਭਾਗਾਂ ਦੇ ਨਾਲ ਰੱਤੇ ਹੋਏ ਜੀਵ ਹਨ ਤੇ ਚਾਰ ਸੋਹਣੇ ਹਨ, ਸ੍ਰੇਸ਼ਟ ਹਨ। ਉਹ ਭਾਗਾਂ ਰੱਤੀ, ਭਾਵ ਜਿਵੇਂ ਰੱਤੇ ਜਾਣਾ, ਸ਼ੁਭ ਕਰਮਾਂ ਵਿੱਚ ਰੱਤੇ ਹੋਏ ਉਹ ਜੀਵ ਜਿਹੜੇ ਭਲੇ ਹਨ ਉਹ ਉਸ ਪਰਮੇਸ਼ਰ ਦੀ ਦਰਗਾਹੇ ਥਾਏ ਪੈਂਦੇ ਨੇ। ਜਿਤ ਮੁਖ ਸਦਾ ਸਾਲਾਹੀ ਹੈ, ਭਾਵ ਜਿਹੜੇ ਮੂੰਹ ਜਿਹੜੇ ਨੇ ਸਦਾ ਉਸ ਕਰਤਾ ਅਕਾਲ ਪੁਰਖ ਪਰਮੇਸ਼ਰ ਨੂੰ ਸਲਾਉਂਦੇ ਨੇ। ਉਠਤ ਬੈਠਤ ਸੋਵਤ ਜਾਗਤ ਇਹੋ ਮਨ ਤੁਝਹਿ ਚਿਤਾਰੈ, ਜਿਨ੍ਹਾਂ ਦੀ ਇਹ ਅਵਸਥਾ ਹੈ ਕਿ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਉਸ ਕਰਤੇ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਨੂੰ ਯਾਦ ਕਰਦੇ ਨੇ, ਸਲਾਉਂਦੇ ਹਨ। ਨਾਨਕ ਤੇ ਮੁਖ ਉਜਲੇ ਤਿਤ ਸਚੈ ਦਰਬਾਰ। ਹਜ਼ੂਰ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਮੁਖ ਜਿਹੜੇ ਹਨ ਉਜਲੇ ਹਨ। ਕਿੱਥੇ? ਤਿਤ ਸਚੈ ਦਰਬਾਰ, ਉਸ ਸੱਚੇ ਅਕਾਲ ਪੁਰਖ ਪਰਮੇਸ਼ਰ ਦੇ ਦਰਬਾਰ ਵਿੱਚ ਉਹਨਾਂ ਦੇ ਮੁਖ ਜਿਹੜੇ ਹਨ ਉਹ ਉਜਲੇ ਹਨ, ਭਾਵ ਉਹ ਸੋਹਣੇ ਹਨ, ਉਹ ਸ਼ੋਭਦੇ ਹਨ। ਜੋ ਉਹਨੂੰ ਜਪਦੇ ਨੇ, ਜੋ ਉਹਨੂੰ ਕਮਾਉਂਦੇ ਹਨ, ਉਹ ਸੰਸਾਰ ਦੇ ਉੱਤੇ ਪ੍ਰਮਾਣਿਕ ਹਨ, ਉਹ ਸੰਸਾਰ ਦੇ ਉੱਤੇ ਸ਼ੋਭਨੀਕ ਹਨ। ਫਿਰ ਸਾਹਿਬ ਕਿਰਪਾ ਕਰਦੇ ਪੌੜੀ ਸਭ ਕੋ ਆਖੈ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ। ਪੌੜੀ ਦੇ ਵਿੱਚ ਸਾਹਿਬ ਗੁਰੂ ਨਾਨਕ ਪਾਤਸ਼ਾਹ ਜ਼ਿਕਰ ਕਰਦੇ ਹਰ ਕੋਈ ਮਨੁੱਖ ਜਿਹੜਾ ਹੈ ਸਭ ਕੋ ਆਖੈ ਆਪਣਾ, ਸਭ ਕੋਈ, ਹਰ ਮਨੁੱਖ ਕਹਿ ਰਿਹਾ ਪਰਮਾਤਮਾ ਮੇਰਾ ਹੈ, ਰੱਬ ਮੇਰਾ ਹੈ, ਖੁਦਾ ਮੇਰਾ ਹੈ। ਹਰ ਇੱਕ ਜੀਵ ਜਿਹੜਾ ਹੈ ਪਰਮਾਤਮਾ ਦੇ ਪ੍ਰਥਾਏ ਦਾਵਾ ਕਰ ਰਿਹਾ ਰੱਬ ਮੇਰਾ ਹੈ, ਇਹ ਧਰਮ ਮੇਰਾ ਹੈ। ਪਰ ਇਸ ਇੰਜ ਕਹਿ ਦਈਏ ਇੱਕ ਅਗਿਆਨਤਾ ਇਹ ਹੈ, ਪਰਮਾਤਮਾ ਨੂੰ ਆਪਣਾ ਕਹਿ ਰਹੇ ਹਾਂ, ਇਹਦੇ 'ਚ ਕੋਈ ਮਾੜਾ ਸ਼ਬਦ ਨਹੀਂ ਹੈ। ਪਰ ਭਲਾ ਹੁੰਦਾ ਜੇ ਅਸੀਂ ਕਦੀ ਇਹ ਕਹਿੰਦੇ ਅਸੀਂ ਵੀ ਰੱਬ ਦੇ ਹਾਂ, ਤੂੰ ਜੀਆਂ ਕਾ, ਭਾਵ ਤੂੰ ਸਾਰੇ ਜੀਆਂ ਦਾ ਤੇ ਸਾਰੇ ਜੀਵ ਜਿਹੜੇ ਉਹ ਤੇਰੇ। ਅਸੀਂ ਸਾਰੀ ਜ਼ਿੰਦਗੀ ਇਹ ਤਾਂ ਕਿਹਾ ਗੁਰੂ ਮੇਰਾ ਹੈ, ਪਰ ਕਦੀ ਇਹ ਨਾ ਕਿਹਾ ਕਿ ਮੈਂ ਵੀ ਗੁਰੂ ਦਾ ਹਾਂ। ਸੋ ਇੰਜ ਕਹਿ ਦਈਏ ਜਿਵੇਂ ਕਈ ਦਫਾ ਸੰਸਾਰ ਦੇ ਉੱਤੇ ਇੱਕ ਮਾਂ ਇੱਕ ਪਿਤਾ ਉਹ ਸਾਰੀ ਜ਼ਿੰਦਗੀ ਇਹ ਕਹਿੰਦੇ ਰਹਿੰਦੇ ਇਹ ਸਾਡੇ ਬੱਚੇ ਨੇ, ਸਾਡੇ ਬੱਚੇ ਨੇ, ਸਾਡਾ ਪੁੱਤ ਹੈ, ਸਾਡੀ ਧੀ ਹੈ। ਪਰ ਕਈ ਦਫਾ ਐਸਾ ਹੋ ਜਾਂਦਾ ਉਹ ਸਾਰੀ ਜ਼ਿੰਦਗੀ ਉਹਨਾਂ ਨੂੰ ਆਪਣਾ ਪੁੱਤ ਆਪਣੀ ਧੀ ਕਹਿੰਦੇ ਰਹਿੰਦੇ, ਪਰ ਉਹਨਾਂ ਕਦੀ ਇਹ ਸ਼ਬਦ ਨਹੀਂ ਕਿਹਾ ਹੁੰਦਾ ਕਿ ਸਾਡੀ ਮਾਂ ਹੈ, ਇਹ ਸਾਡਾ ਪਿਓ ਹੈ, ਅਸੀਂ ਵੀ ਇਹਨਾਂ ਨੂੰ ਸਾਂਭਣਾ ਹੈ। ਸੋ ਇਸ ਕਰਕੇ ਦਾਤਾਰ ਪਾਤਸ਼ਾਹ ਇੱਥੇ ਕਹਿੰਦੇ ਸਭ ਕੋ ਆਖੈ ਆਪਣਾ, ਹਰ ਕੋਈ ਉਸ ਪਰਿਪੂਰਨ ਪਰਮੇਸ਼ਰ ਨੂੰ ਆਪਣਾ ਕਹਿੰਦਾ ਹੈ। ਪਰ ਜਿਸ ਨਾਹੀ ਸੋ ਚੁਣ ਕੱਢੀ ਹੈ,
ਜਿਹੜਾ ਉਹਨੂੰ ਆਪਣਾ ਨਹੀਂ ਕਹਿੰਦਾ, ਆਪਣਾ ਨਹੀਂ ਮੰਨਦਾ, ਜਿਵੇਂ ਕਹਿ ਦਈਏ ਨਾਸਤਿਕ ਬਿਰਤੀ ਦਾ ਮਾਲਕ ਬਣ ਜਾਂਦਾ ਹੈ, ਸੋ ਚੁਣ ਕੱਢੀ ਹੈ। ਉਹਨੂੰ ਇਸ ਸ੍ਰਿਸ਼ਟੀ ਦੇ ਵਿੱਚ ਵੀ ਵੱਖ ਕੱਢ ਲਿਆ ਜਾਂਦਾ ਹੈ। ਲੋਕ ਉਹਦੇ ਨਾਲੋਂ ਨਾਤੇ ਤੋੜ ਲੈਂਦੇ ਨੇ। ਉਸ ਕਰਤੇ ਦੀ ਦਰਗਾਹ ਦੇ ਵਿੱਚ ਵੀ ਉਹਨੂੰ ਵੱਖ ਕਰਕੇ ਕੱਢ ਲਿਆ ਜਾਂਦਾ ਹੈ। ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਢੀਐ। ਸੋ ਦਾਤਾਰ ਜੀ ਕਹਿੰਦੇ ਸ੍ਰਿਸ਼ਟੀ ਦਾ ਇੱਕ ਨਿਯਮ ਹੈ ਐਸਾ, ਇੱਥੇ ਇਹ ਕਰ ਕਰੇ ਸੋ ਇਹ ਕਰ ਪਾਏ। ਇੱਥੇ ਇੱਕ ਹੱਥ ਦੇ ਨਾਲ ਕਰਦੇ ਹਾਂ, ਦੂਜੇ ਹੱਥ ਉਹਦਾ ਫਲ ਪ੍ਰਾਪਤ ਹੁੰਦਾ ਹੈ। ਕੀਤਾ ਆਪੋ ਆਪਣਾ, ਇੱਥੇ ਆਪੋ ਆਪਣਾ ਕੀਤਾ ਜਿਹੜਾ ਹੈ ਉਹ ਪ੍ਰਾਪਤ ਹੁੰਦਾ। ਮਤਾ ਕੋਈ ਕਵੇ ਰੋਟੀ ਮੈਂ ਖਾਵਾਂ ਤੇ ਭੁੱਖ ਦੂਜੇ ਦੀ ਮਿਟ ਜਾਵੇ, ਦਵਾਈ ਮੈਂ ਖਾਵਾਂ ਰੋਗ ਦੂਜੇ ਦਾ ਮਿਟ ਜਾਵੇ, ਮਸ਼ੱਕਤ ਮੈਂ ਕਰਾਂ ਫਲ ਉਹਨੂੰ ਮਿਲ ਜਾਵੇ, ਐਸਾ ਕਦੀ ਨਹੀਂ ਹੁੰਦਾ। ਸੋ ਧਰਮ ਦੀ ਦੁਨੀਆ ਦੇ ਅੰਦਰ ਵੀ ਜਿਨਨੇ ਜਪਿਆ ਹੈ ਉਹਨੇ ਪਾਇਆ ਹੈ, ਜਿਨਨੇ ਨਹੀਂ ਜਪਿਆ ਉਹਨੇ ਨਹੀਂ ਪਾਇਆ। ਸੋ ਜਦੋਂ ਅਸੀਂ ਭਗਤਾਂ ਦੇ ਜੀਵਨ ਵੀ ਪੜ੍ਹਦੇ ਹਾਂ ਜਾਂ ਕਿਸੇ ਕਮਾਈ ਵਾਲੇ ਗੁਰਮੁਖਾਂ ਦੇ ਜੀਵਨ ਪੜ੍ਹਦੇ ਹਾਂ, ਇੱਕੋ ਪਰਿਵਾਰ ਦੇ ਵਿੱਚ 5-7 ਜੀ ਨੇ। ਹੁਣ ਇੱਕ ਬੱਚਾ ਜਪਦਾ ਪਿਆ, ਉਹਨੇ ਰੱਬ ਨੂੰ ਪਾ ਲਿਆ ਪਰ ਦੂਜੇ ਨੇ ਨਹੀਂ ਪਾਇਆ। ਹੁਣ ਜਿੰਨੇ ਮਿਹਨਤ ਕੀਤੀ, ਫਰਜ਼ ਕਰੋ ਬਾਬਾ ਫਰੀਦ ਜੀ ਦਾ ਜੀਵਨ ਜਦੋਂ ਪੜ੍ਹੀਏ ਤਾਂ ਬਾਬਾ ਫਰੀਦ ਜੀ ਨੇ ਜਪਿਆ, ਉਹਨਾਂ ਨੇ ਪਾ ਲਿਆ, ਪਰ ਇਤਿਹਾਸ 'ਚ ਕਿਤੇ ਨਹੀਂ ਆਉਂਦਾ ਬਾਬਾ ਫਰੀਦ ਜੀ ਦੇ ਮਾਤਾ ਜੀ ਨੂੰ ਵੀ ਪਰਮਾਤਮਾ ਪ੍ਰਾਪਤ, ਖੁਦਾ ਦੀ ਪ੍ਰਾਪਤੀ ਹੋਈ ਹੋਵੇ। ਸੋ ਇਸ ਤਰ੍ਹਾਂ ਹੈ, ਜਿਹੜਾ ਜਪਦਾ ਹੈ, ਜਿਹੜਾ ਧਿਆਉਂਦਾ ਹੈ, ਉਹਨੂੰ ਪ੍ਰਾਪਤ ਕਰਦਾ ਹੈ। ਤਾਂ ਆਪੇ ਹੀ ਲੇਖਾ ਸੰਢੀ ਹੈ। ਇਹ ਲੇਖਾ ਜਿਹੜਾ ਹੈ ਆਪ ਹੀ ਉਸ ਕਰਤੇ ਪਰਮੇਸ਼ਰ ਦੇ ਨਾਲ ਗੰਢਿਆ ਜਾਂਦਾ ਹੈ, ਜੋੜਿਆ ਜਾਂਦਾ ਹੈ। ਫਿਰ ਦਾਤਾ ਜੀ ਕਿਰਪਾ ਕਰਦੇ, ਜਾ ਰਹਿਣਾ ਨਾਹੀ ਐਤ ਜਗ, ਤਾਂ ਕਾਇਤ ਗਰਭ ਹੰਡੀਐ। ਭਲਿਆ ਜਦੋਂ ਇਸ ਸੰਸਾਰ ਦੇ ਉੱਤੇ ਰਹਿਣਾ ਹੀ ਨਹੀਂ ਹੈ, ਇਹ ਮੁਸਾਫਰਖਾਨਾ ਹੈ, ਇੱਕ ਨਾ ਇੱਕ ਦਿਨ ਇੱਥੋਂ ਤੁਰ ਜਾਣਾ ਹੈ, ਤਾਂ ਕਾਇਤ ਗਰਭ ਹੰਡੀ ਹੈ। ਫਿਰ ਕਾਹਦਾ ਗਰਭ, ਕਾਹਦਾ ਹੰਕਾਰ ਹੈ, ਜਿਹਨੂੰ ਭਗਤ ਜੀ ਬਾਣੀ ਅੰਦਰ ਕਹਿੰਦੇ ਕਬੀਰ ਗਰਭ ਨਾ ਕੀਜੀਐ, ਊਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ। ਕਿ ਕੋਈ ਪਤਾ ਨਹੀਂ ਅੱਜ ਕੱਲ ਕਦੋਂ ਸਾਨੂੰ ਉੱਪਰ ਜਾਮੈ ਘਾਸ, ਸਾਡੀ ਕਬਰ ਦੇ ਉੱਤੇ ਘਾਹ ਉੱਗਿਆ ਹੋਏਗਾ। ਆਜ ਕਾਲ ਭੋਏ ਲੇਟਣਾ, ਜ਼ਮੀਨ ਦੇ ਉੱਤੇ ਲੇਟਣਾ ਹੈ, ਉਸ ਕਬਰ ਦੇ ਵਿੱਚ ਸੌਣਾ ਹੈ। ਜਿਸ ਮਿੱਟੀ ਨੂੰ ਸਾਰੀ ਜ਼ਿੰਦਗੀ ਭੰਡਦੇ ਰਹੇ, ਜਿਸ ਮਿੱਟੀ ਨੂੰ ਹੱਥਾਂ ਨੂੰ ਕੱਪੜੇ ਨੂੰ ਲੱਗਣ ਤੱਕ ਨਾ ਦਿੱਤਾ, ਤੇ ਬਾਬਾ ਫਰੀਦ ਜੀ ਤਾਂ ਹੀ ਸਮਝਾਉਂਦੇ ਆ, ਕਹਿੰਦੇ ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇਡ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਕਿ ਜਿਸ ਮਿੱਟੀ ਤੋਂ ਸਾਰੀ ਜ਼ਿੰਦਗੀ ਨਫ਼ਰਤ ਕੀਤੀ, ਪੈਰਾਂ ਥੱਲੇ ਲਤਾੜ ਕੇ ਰੱਖਿਆ, ਤੇਰੇ ਮਰਨ ਦੀ ਦੇਰ ਸੀ, ਉਹ ਮਿੱਟੀ ਤੇਰੇ ਉੱਤੇ ਆਈ ਹੈ, ਤੂੰ ਕਬਰ ਦੇ ਵਿੱਚ ਹੈ, ਮਿੱਟੀ ਤੇਰੇ ਉੱਪਰ ਹੈ। ਸੋ ਇਸੇ ਲਈ ਇੱਥੇ ਗਰੀਬ ਨਿਵਾਜ ਸਾਹਿਬ ਕਹਿੰਦੇ, ਤਾਂ ਕਾਇਤ ਗਰਭ ਹੰਢੀ ਹੈ। ਕਾਹਦਾ ਗਰਭ, ਕਾਹਦਾ ਹੰਕਾਰ ਸੰਸਾਰ ਦੇ ਉੱਤੇ ਕਰਨਾ ਕਰੀਏ। ਮੰਦਾ ਕਿਸੈ ਨਾ ਆਖੀਐ, ਪੜ੍ਹ ਅੱਖਰ ਇਹੋ ਬੁੱਝੀਐ। ਸੋ ਉਹ ਜਿਹੜਾ ਬ੍ਰਾਹਮਣ ਬੈਠਾ ਹੈ, ਉਹਨੂੰ ਵੀ ਦਾਤਾਰ ਪਾਤਸ਼ਾਹ ਸਮਝਾਉਂਦੇ ਨੇ ਨਾ ਅਖੀਰਲੀਆਂ ਪੰਕਤੀਆਂ 'ਚ ਕਿ ਭਾਈ ਮੰਦਾ ਕਿਸੈ ਨਾ ਆਖੀਐ। ਤੂੰ ਇੱਥੇ ਬਹਿ ਕੇ ਇੱਕ ਇਸਤਰੀ ਨੂੰ ਮੰਦਾ ਕਹਿ ਰਿਹਾ ਹੈ ਕਿ ਤੁਸੀਂ ਇਹਨੂੰ ਆਪਣੇ ਕੋਲ ਕਿਉਂ ਬਿਠਾਇਆ। ਅਸੀਂ ਤੇ ਜਿਹੜੇ ਧਰਮ ਦੇ ਵੱਡੇ ਕਰਮ ਹਨ ਉਹਨਾਂ 'ਚ ਸ਼ਾਮਲ ਜ਼ਰੂਰ ਕਰਦੇ, ਪਰ ਸਾਡੇ ਧਰਮ ਦੇ ਜਿਹੜੇ ਗੁਰੂ ਨੇ, ਵੱਡੇ ਰਹਿਬਰ ਹਨ, ਆਪਣੇ ਆਪ ਨੂੰ ਬੜੇ ਪੂਜਨੀਕ ਕਹਾਉਂਦੇ, ਉਹ ਤੇ ਇਸਤਰੀ ਦਾ ਦਰਸ਼ਨ ਨਹੀਂ ਕਰਦੇ, ਉਹਨੂੰ ਪੈਰੀ ਹੱਥ ਨਹੀਂ ਲਵਾਉਂਦੇ, ਉਹਨੂੰ ਆਸ਼ਰਮ 'ਚ ਨਹੀਂ ਵੜਨ ਦਿੰਦੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ ਭਾਈ, ਮੰਦਾ ਕਿਸੈ ਨਾ ਆਖੀਐ, ਕਦੀ ਕਿਸੇ ਨੂੰ ਮੰਦਾ ਨਾ ਕਹੋ। ਤੇ ਜਦੋਂ ਮੰਦੇ ਦੀ ਗੱਲ ਆਈ, ਸਾਹਿਬ ਬਾਣੀ 'ਚ ਕਹਿੰਦੇ ਮੰਦਾ ਜਾਣੈ ਆਪ ਕਉ ਅਵਰ ਭਲਾ ਸੰਸਾਰ। ਬਾਕੀ ਸਾਰੇ ਸੰਸਾਰ ਨੂੰ ਭਲਾ ਜਾਣੇ, ਜੇ ਮੰਦਾ ਸਮਝਣਾ ਕਿਸੇ ਨੂੰ ਮੰਦਾ ਨਾ ਸਮਝੇ। ਜੇ ਇਹ ਬਿਰਤੀ ਹੈ ਤਾਂ ਮੰਦਾ ਜਾਣੈ ਆਪ ਕਉ, ਆਪਣੇ ਆਪ ਨੂੰ ਮਾੜਾ ਸਮਝੇ, ਦੂਜੇ ਨੂੰ ਮਾੜਾ ਕਿਉਂ ਕਹਿਣਾ ਹੈ। ਮੰਦਾ ਕਿਸੈ ਨਾ ਆਖੀਐ, ਪੜ੍ਹ ਅੱਖਰ ਇਹੋ ਬੁੱਝੀਐ। ਸਾਹਿਬ ਕਹਿੰਦੇ ਇਹਨਾਂ ਪਾਵਨ ਬਚਨਾਂ ਨੂੰ ਪੜ੍ਹ ਤੇ ਜਾਣ ਧਿਆਨ ਦੇ ਨਾਲ, ਇਹੋ ਬੁੱਝੀਐ, ਇਸ ਗੱਲ ਨੂੰ ਚੰਗੀ ਤਰ੍ਹਾਂ ਬੁੱਝਣਾ ਕਰ, ਜਾਣਨਾ ਕਰ। ਜੋ ਪਿਛਲੇ ਸ਼ਲੋਕ 'ਚ ਸਾਹਿਬ ਨੇ ਸਮਝਾਇਆ ਕਿ ਇਸਤਰੀ ਦੇ ਨਾਲ ਸਾਰਾ ਸੰਸਾਰ ਚੱਲਦਾ ਹੈ, ਉਹਦੇ ਨਾਲ ਵੱਡੇ ਵੱਡੇ ਯੱਗ ਹੁੰਦੇ ਨੇ, ਧਰਮ ਕਰਮ ਹੁੰਦੇ ਨੇ, ਸਾਰੇ ਸੰਸਾਰ ਦਾ ਵਿਵਹਾਰ, ਜੀਵਾਂ ਦਾ ਆਉਣਾ ਜਾਣਾ, ਜਿਤਨਾ ਕੁਝ ਸਮੁੱਚੇ ਸੰਸਾਰ 'ਚ ਧਰਮ ਤੋਂ ਲੈ ਕੇ ਸੰਸਾਰ ਦੇ ਕਰਮ ਤੱਕ ਵਿਆਖਿਆ ਕਰਾਂ ਤਾਂ ਸਾਰਾ ਕੁਝ ਉਹਦੇ ਹੱਥਾਂ ਦੇ ਵਿੱਚ ਬੱਝਾ ਹੋਇਆ ਹੈ। ਇਸੇ ਲਈ ਸਾਹਿਬ ਕਹਿੰਦੇ ਇਸ ਗੱਲ ਨੂੰ ਬੁੱਝਣਾ ਕਰ, ਜਾਣਨਾ ਕਰ। ਮੂਰਖ ਹੈ ਨਾਲ ਨਾ ਲੁੱਝੀਐ। ਸੰਪੂਰਨਤਾ ਕਰਦਿਆਂ ਦਾਤਾ ਜੀ ਕਹਿੰਦੇ ਮੂਰਖ ਪੁਰਖਾਂ ਦੇ ਨਾਲ ਕਦੀ ਝਗੜਨਾ ਨਹੀਂ ਚਾਹੀਦਾ, ਕਿਉਂਕਿ ਮੂਰਖ ਦਾ ਸੁਭਾਅ ਹੈ
ਪਿੱਛੇ ਵੀ ਸਾਹਿਬ ਜੀ ਨੇ ਜ਼ਿਕਰ ਕੀਤਾ ਸੀ ਮੂਰਖਾਂ ਦਾ। ਬਾਣੀ ਅੰਦਰ ਸਾਹਿਬ ਜੀ ਇੰਜ ਵੀ ਬਚਨ ਕਰਦੇ ਨੇ ਕਿ ਮੂਰਖ ਬੰਦਾ ਜਿਹੜਾ ਉਹਦੇ 3-4 ਤਰੀਕੇ ਹੁੰਦੇ ਨੇ। ਜਾਂ ਤੇ ਮੂਰਖ ਜਦੋਂ ਮਿਲੇ ਉਹਦੇ ਤੋਂ ਪਾਸਾ ਵੱਟ ਜਾਓ, ਪਹਿਲਾ ਤਰੀਕਾ ਤੇ ਇਹ ਹੈ। ਦੂਜਾ ਤਰੀਕਾ ਇਹ ਹੈ ਵੀ ਜੋ ਬੋਲਦਾ ਤੇ ਚੁੱਪ ਕਰੇ ਰਹੋ। ਤੀਜਾ ਤਰੀਕਾ ਇਹ ਹੈ ਕਿ ਜਦੋਂ ਹੱਦ ਬੰਨਾ ਟੱਪ ਜਾਏ ਤਾਂ ਫਿਰ ਸਾਹਿਬ ਬਾਣੀ ਅੰਦਰ ਕਹਿੰਦੇ ਮੂਰਖ ਗੰਢ ਪਵੈ ਮੂੰਹ ਮਾਰ, ਫਿਰ ਉਹਦੇ ਮੂੰਹ ਦੇ ਉੱਤੇ ਇੱਕ ਐਸੀ ਚਾਟੀ ਜਿਹੜੀ ਹੈ ਚਾਟਾ ਜਿਹੜਾ ਮਾਰਿਆ ਜਾਵੇ ਤਾਂ ਕਿ ਉਹਨੂੰ ਅਕਲ ਜਿਹੜੀ ਉਹਦੀ ਟਿਕਾਣੇ ਆ ਜਾਵੇ। 3 ਤਰੀਕੇ ਹੁੰਦੇ ਨੇ, ਜਾਂ ਤੇ ਪਾਸਾ ਵੱਟ ਲਿਆ ਜਾਵੇ, ਜਾਂ ਫਿਰ ਜੋ ਉਹ ਬੋਲਦਾ ਉਹਨੂੰ ਚੁੱਪ ਕਰਕੇ ਬੋਲਣ ਦਿੱਤਾ ਜਾਵੇ, ਜਾਂ ਫਿਰ ਉਹਨੂੰ ਉਹਦੀ ਬਣਦੀ ਸਜ਼ਾ ਜਿਹੜੀ ਉਹ ਦੇ ਦਿੱਤੀ ਜਾਵੇ। ਦਾਤਾ ਜੀ ਇੱਥੇ ਕਹਿ ਰਿਹਾ ਮੂਰਖ ਹੈ ਨਾਲ ਨਾ ਲੁੱਜੀ ਹੈ। ਮੂਰਖਾਂ ਦੇ ਨਾਲ ਕਦੀ ਝਗੜਨਾ ਨਹੀਂ ਚਾਹੀਦਾ, ਕਿਉਂਕਿ ਮੂਰਖਾਂ ਦੇ ਨਾਲ ਜਿੰਨਾ ਝਗੜਾਂਗੇ ਉਹਦੇ ਚੋਂ ਨਿਕਲਣਾ ਕੁਛ ਵੀ ਨਹੀਂ। ਉਹ ਝਗੜਾ, ਉਹ ਲੜਾਈ ਜਿਹੜੀ ਉਹ ਵੱਧਦੀ ਜਾਏਗੀ, ਨਾਲੇ ਆਪਣੀ ਜਿਹੜੀ ਐਨਰਜੀ ਹੈ ਉਹ ਵੇਸਟ ਹੁੰਦੀ ਹੈ। ਕਿਉਂਕਿ ਮੂਰਖ ਨਾਲ ਤੇ ਤਾਂ ਬੈਸੀਏ ਜੇ ਉਹਨੇ ਸਮਝਣਾ ਹੋਵੇ, ਜਿਹਨੇ ਸਮਝਣਾ ਹੀ ਨਹੀਂ। ਇਹ ਕਾਮ ਕਹਾਵਤ ਆਪਾਂ ਵਰਤਦੇ ਹੁੰਦੇ ਆ ਕਿ ਸਾਰਾ ਕੁਝ ਕਰਨ ਤੋਂ ਬਾਅਦ ਪਰਨਾਲਾ ਉੱਥੇ ਦਾ ਉੱਥੇ। ਕਿਸੇ ਨੂੰ ਬੜਾ ਕੁਝ ਸਮਝਾਉਣ ਤੋਂ ਬਾਅਦ ਨਾ ਉਹ ਫਿਰ ਜਦੋਂ ਉਹੀ ਗਲਤੀ ਕਰਦੇ ਤੇ ਆਪਾਂ ਇੱਕ ਕਹਾਵਤ ਕਹਿ ਦਿੰਦੇ ਨੇ, ਤੇਰਾ ਤੇ ਉਹ ਹਾਲ ਹੈ ਕਿ ਪਰਨਾਲਾ ਉੱਥੇ ਦਾ ਉੱਥੇ। ਵੀ ਇੰਨਾ ਸਮਝਾਇਆ ਪਰ ਤੂੰ ਫਿਰ ਆਖਰ ਉਹੀ ਕੰਮ ਦੁਬਾਰਾ ਫਿਰ ਕਰ ਦਿੱਤਾ। ਸੋ ਜਿਸ ਦਾ ਪਤਾ ਹੈ ਕਿ ਇਹਨੇ ਸਮਝਣਾ ਹੀ ਨਹੀਂ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਐਸੇ ਮੂਰਖਾਂ ਨਾਲ ਝਗੜਨਾ ਨਹੀਂ ਚਾਹੀਦਾ। ਇਹ ਮੂਰਖਾਂ ਦਾ ਝਗੜਾ ਹੈ। ਪਰ ਫਿਰ ਵੀ ਉਸ ਪੰਡਤ ਨੂੰ ਸਾਹਿਬ ਜੀ ਨੇ ਬੜੇ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਸਮਝਾਇਆ ਤੇ ਇਤਿਹਾਸ ਕਹਿੰਦਾ ਉਹਨੂੰ ਸਮਝ ਵੀ ਆਈ ਤੇ ਫਿਰ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਖਿਮਾ ਪ੍ਰਾਰਥੀ ਵੀ ਹੋਇਆ। ਉਹਨੇ ਮਾਫੀ ਵੀ ਮੰਗੀ ਤੇ ਬਚਨ ਵੀ ਕਿਹਾ ਮੈਂ ਅਗਾਂਹ ਤੋਂ ਕਰਤਾ ਪਰਮੇਸ਼ਰ ਮੇਰੇ ਤੇ ਤਰਸ ਕਰੇ ਤੇ ਮੈਂ ਇਸਤਰੀ ਜਾਤ ਦਾ ਅਦਬੋ ਸਤਿਕਾਰ ਕਰਾਂਗਾ। ਸੋ ਇੱਥੇ ਗੁਰੂ ਕਿਰਪਾ ਦੇ ਨਾਲ 19 ਸ਼ਲੋਕ ਆਸਾ ਕੀ ਵਾਰ ਦੇ ਸੰਪੂਰਨ ਹੋਏ ਨੇ। ਸਤਿਗੁਰੂ ਕਿਰਪਾ ਕਰਨ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਾਹਿਬ ਜੀ ਸਮੱਤ ਦੀ ਦਾਤ ਬਖਸ਼, ਨਿਵਾਜਨਾ ਕਰਨ। ਮੰਦਾ ਕਿਸੈ ਨਾ ਆਖੀਐ, ਪੜ ਅੱਖਰ ਇਹੋ ਬੁਝੀਐ। ਮੂਰਖੈ ਨਾਲ ਨਾ ਲੁਝੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।